जी आए नूं प्यारे विद्यार्थियों 10th क्लास दी इंग्लिश दी बुक इंग्लिश लिटरेचर बुक लैसन नंबर 4 दी डाइंग डिटेक्टिव अर्थात मरण किनारे पिया जसूस या मरदा होया जसूस ਉਹਦੇ क्वेश्चन आंसर्स पहले 10 इस वीडियो ਵਿੱਚ ਕਰਨ ਜਾ ਰਹੇ ਹਾਂ ਸੋ ਤੁਸੀਂ ਨੋਟਬੁੱਕ ਅਤੇ ਪੈਨ ਲੈ ਲਓ ਸਾਰੇ ਆਨਸਰਸ ਨੂੰ ਨੋਟ ਡਾਊਨ ਕਰ ਲਓ ਐਕਸਪਲੇਨੇਸ਼ਨ ਨੂੰ ਬੜੇ ਧਿਆਨ ਦੇ ਨਾਲ ਸੁਣੋ ਔਖੇ ਸ਼ਬਦਾਂ ਦੇ ਅਰਥ ਨੂੰ ਨਾਲ ਦੇ ਨਾਲ ਪੰਜਾਬੀ ਵਿੱਚ ਲਿਖ ਲਵੋ पर बाद विचों घट तो घट एक बारी सारे आंसर्स नूं अपने आप करन दा अभ्यास जरूर करो। सो शुरू करिए। Who was Mrs. Hudson? Why did she go to Watson's house? Mrs. Hudson कौन सी? वो वाटसन दे घर क्यों गई? सो जवाब है Mrs. Hudson was Sherlock Holmes' landlady. Landlady मैंने मकान मालकन। ਇਹਦਾ ਜਿਹੜਾ ਜੈਂਡਰ ਜੇ ਚੇਂਜ ਕਰਨਾ ਹੋਵੇ ਮੈਸਕੂਲਿਨ ਚ ਅਸੀਂ ਕਵਾਂਗੇ ਪੁਲਿੰਗ ਵਿੱਚ ਕਵਾਂਗੇ ਲੈਂਡਲॉर्ड ਜ਼ਿਮੀਂਦਾਰ। ਸੋ ਲੈਂਡਲੇਡੀ ਜੇ ਔਰਤ ਹੋਵੇ ਜ਼ਮੀਨ ਦੀ ਮਾਲਿਕ ਕੋਠੀ ਘਰਾਂ ਦੀ ਮਾਲਿਕ ਨਾਲ ਕਿਰਾਏਦਾਰ ਰੱਖੇ ਹੋਣ ਤੇ ਉਹਨੂੰ ਅਸੀਂ ਕਹਿੰਦੇ ਲੈਂਡਲੇਡੀ ਠੀਕ ਹੈ। ਸੋ ਮਿਸਿਸ ਹੰਡਸਨ ਵਾਜ਼ ਸ਼ਰਲਕ ਹੋਮਸ ਲੈਂਡਲੇਡੀ। ਸ਼ੀ ਵੈਂਟ ਟੂ ਵਾਟਸਨ ਟੂ ਟੈਲ ਹਿਮ ਉਹ ਵਾਟਸਨ ਕੋ ਇਹ ਕਹਿਣ ਲਈ ਗਈ ਦੈਟ ਹਿਜ਼ ਫਰੈਂਡ ਕਿ ਉਹਦਾ ਦੋਸਤ ਸ਼ਰਲੌਕ ਵਾਜ਼ ਸੀਰੀਅਸਲੀ ਇਲ ਐਂਡ ਡਾਈਂਗ कि शरलॉक होम्स बड़े गंभीर रूप नाल बीमार सी अते मरण किनारे सी। ही डिड नॉट वांट टू सी एनी डॉक्टर बट ओनली वाटसन। वो वाटसन तो इलावा किसी होर बंदे नूं डॉक्टर नूं नहीं मिलना चाहुंदा सी। शी वांटेड हिम टू कम विद हिम टू हैल्प शरलॉक। वो चाहती सी मिसिज हडसन कि मिस्टर वाटसन उहदे नाल आवे ते जाके शरलॉक दी मदद करे। क्वेश्चन नंबर 2 वेयर डिड होम्स गेट दी इलनेस फ्रॉम वैन डिड ही गेट इट अर्थात होम्स नूं ਇਹ ਜਿਹੜੀ ਬਿਮਾਰੀ ਸੀਗੀ ਕਿੱਥੋਂ ਮਿਲੀ ਅਤੇ ਕਦੋਂ ਮਿਲੀ। ਸੋ ਹੀ ਸਪੋਜ਼ਿਡਲੀ ਮੈਨੇ ਬੱਚਿਓ ਕਿ ਵੀ ਮੰਨਿਆ ਗਿਆ ਕਿਉਂਕਿ ਉਹਨੂੰ ਉਹ ਤੇ ਐਕਟਿੰਗ ਕਰ ਰਿਹਾ ਸੀਗਾ ਤੇ ਵਾਟਸਨ ਨੂੰ ਤੇ ਹਲੇ ਪਤਾ ਨਹੀਂ ਸੀ ਵੀ ਐਕਟਿੰਗ ਕਰ ਰਿਹਾ। ਸੋ ਸਪੋਜ਼ਿਡਲੀ ਵੀ ਅਰਥਾਤ ਵੀ ਇਹ ਮੰਨਿਆ ਗਿਆ ਵੀ ਉਹ ਹੀ ਸਪੋਜ਼ਿਡਲੀ ਗॉट ਦੀ ਇਲਨੈਸ ਫਰਮ ਚਾਈਨੀਜ਼ ਸੇਲਰਸ। ਚੀਨੀ ਜਿਹੜੇ ਸਮੁੰਦਰ 'ਚ ਕੰਮ ਕਰਨ ਵਾਲੇ ਬੰਦੇ ਹੁੰਦੇ ਨੇ ਸੇਲਰ ਉਹਨਾਂ ਰਾਹੀਂ ਉਹਨੂੰ ਇਹ ਬਿਮਾਰੀ ਮਿਲੀ ਕਿਉਂਕਿ ਇਹ ਛੂਤ ਦੀ ਬਿਮਾਰੀ ਸੀਗੀ। ਹੀ ਗॉट ਇਟ ਵੈਨ ਹੀ ਵਾਜ਼ ਵਰਕਿੰਗ ਔਨ ਅ ਕੇਸ ਐਟ ਰੋਦਰਹਾਈਥ ਨੀਅਰ ਦੀ ਰਿਵਰ। ਇਹ ਬਿਮਾਰੀ ਨੂੰ ਤਦੋਂ ਮਿਲੀ ਜਦੋਂ ਇੱਕ ਜੋ ਰਦਰਹਾਈਥ ਜਗ੍ਹਾ ਨਾਮ ਤੇ ਨਦੀ ਦੇ ਕਿਨਾਰੇ ਉਹ ਇੱਕ ਕਿਸੇ ਕੇਸ ਤੇ ਕੰਮ ਕਰ ਰਿਹਾ ਸੀ ਠੀਕ ਹੈ। ਪਰ ਅੱਗੇ ਫਿਰ ਨਾਲ ਲਿਖ ਦੇਣਾ ਅਸੀਂ ਕਲੀਅਰ ਕਰ ਦਿੱਤਾ ਹੈ ਬਟ ਇਟ ਵਾਜ਼ ਆਲ ਪ੍ਰੀਟੈਂਸ਼ਨ ਪਰ ਇਹ ਸਾਰਾ ਇੱਕ ਬਹਾਨਾ ਸੀ ਇਹ ਸਾਰਾ ਇੱਕ ਦਿਖਾਵਾ ਸੀ ਡਰਾਮਾ ਸੀ। ਪ੍ਰੀਟੈਂਸ਼ਨ में ड्रामा दिखावा बहाना। लेइंग अ ट्रैप ले अ ट्रैप ਹੁੰਦਾ ਜਾਲ ਵਿਛਾਉਣਾ ਕਾਹਦੇ ਲਈ ਟੂ ਕੈਚ ਅ ਮਰਡਰਰ ਹੁੰਦਾ ਕਾਤਿਲ। ਇੱਕ ਕਾਤਿਲ ਨੂੰ ਫੜਨ ਲਈ ਇਹ ਜਿਹੜਾ ਸਾਰਾ ਇੱਕ ਡਰਾਮਾ ਸੀ ਜੋ ਕਿ ਇੱਕ ਡਰਾਮਾ ਜਾਲ ਵਿਛਾਉਣ ਦੇ ਰੂਪ ਵਿੱਚ ਸੀਗਾ। ਇੱਕ ਕਾਤਿਲ ਨੂੰ ਫੜਨ ਲਈ ਜਾਲ ਵਿਛਾਇਆ ਜਾ ਰਿਹਾ ਸੀ ਹੋਮਸ ਵੱਲੋਂ ਜਸੂਸ ਵੱਲੋਂ। ਕੁਐਸਚਨ ਨੰਬਰ 3 ਵਟ ਵਾਜ਼ ਹੋਮਸ ਕੰਡੀਸ਼ਨ ਵੈਨ ਵਾਟਸਨ ਸੌ ਹਿਮ ਜਦੋਂ ਵਾਟਸਨ ਉਹਦੇ ਘਰ ਆ ਗਿਆ ਮਿਸਿਸ ਹਡਸਨ ਦੇ ਨਾਲ ਆਇਆ ਹੋਮਸ ਦੇ ਘਰ ਆਇਆ ਤੇ ਜਦੋਂ ਵਾਟਸਨ ਨੇ ਉਹਨੂੰ ਦੇਖਿਆ ਹੋਮਸ ਨੂੰ ਤੇ ਉਦੋਂ ਹੋਮਸ ਦੀ ਕੀ ਹਾਲਤ ਸੀ ਠੀਕ ਹੈ। ਸੋ ਵੈਨ ਵਾਟਸਨ ਸੌ ਹੋਮਸ ਜਦੋਂ ਉਹਨੇ ਦੇਖਿਆ ਹੀ ਨੋਟਿਸ ਉਹਨੇ ਗੌਰ ਕੀਤਾ ਦੈਟ ਹੀ ਲੇ ਲਿਸਟਲੈਸ ਲੇ ਮੈਨੇ ਲੰਮਾ ਪਿਆ ਸੀ ਲਿਸਟਲੈਸ ਮੈਨੇ ਬਿਲਕੁਲ ਨਿਢਾਲ ਹੋਇਆ ਕੋਈ ਸਾਹ ਸਤ ਨਹੀਂ ਹੈਗਾ ਜਿੱਦਾਂ ਇੱਦਾਂ ਪਿਆ ਸੀਗਾ। ਐਂਡ ਵਾਜ਼ ਅ ਸੈਡ ਸਾਈਟ ਅਰਥਾਤ ਉਹ ਇੱਕ ਬੜੀ ਉਦਾਸੀ ਦੀ ਤਸਵੀਰ ਪੇਸ਼ ਕਰਦਾ ਸੀ ਕਿ ਬੜੀ ਬੁਰੀ ਹਾਲਤ ਸੀ ਉਹਦੀ ਦੇਖ ਕੇ ਲੱਗਦਾ ਸੀ। ਹਿਜ਼ ਫੇਸ ਵਾਜ਼ ਹੈਗਾਰਡ ਮੈਨੇ ਬਿਲਕੁਲ ਮਤਲਬ ਕਿ ਖਾਖਾਂ ਅੰਦਰ ਹੋਈਆਂ ਸੀ ਪਤਲਾ ਹੋਇਆ ਸੀ ਕਮਜ਼ੋਰ ਹੋਇਆ ਸੀ ਬਿਮਾਰੀ ਦੇ ਨਾਲ ਉਹਨੂੰ ਕਹਿੰਦੇ ਹੈਗਾਰਡ। ਤੁਹਾਡੀ ਕਿਤਾਬ ਸ਼ਬਦ ਵਰਤੇ ਗੌਂਟ GAUNT ਉਹਦਾ ਮਤਲਬ ਕਹਿੰਦੇ ਥਿਨ ਪਤਲਾ। ਸੋ ਮੈਂ ਦੂਜਾ ਸ਼ਬਦ ਵਰਤਿਆ ਹੈਗਾਰਡ ਤਾਂ ਕਿ ਤੁਹਾਡੇ ਸ਼ਬਦਾਂ ਦੇ ਭੰਡਾਰ 'ਚ ਵਾਧਾ ਹੋਵੇ। ਚੀਕਸ ਵਰ ਫਲਸ਼ਡ ਉਹਦੀਆਂ ਖਾਖਾਂ ਇੱਕਦਮ ਲਾਲ ਹੋਈਆਂ ਸੀ। ਆਈਜ਼ ਹੈਡ ਦੀ ਬਰਾਈਟਨੈਸ ਆਫ ਫੀਵਰ ਅੱਖਾਂ ਦੇ ਵਿੱਚ ਉਹਦੇ ਇੱਦਾਂ ਸੀ ਜਿੱਦਾਂ ਬੁਖਾਰ ਦਾ ਜਿਹੜਾ ਚਮਕ ਹੁੰਦੀ ਹੈ ਉਹ ਨਜ਼ਰ ਆ ਰਹੀ ਸੀ ਵੀ ਅੱਖਾਂ ਤੋਂ ਪਤਾ ਲੱਗਦਾ ਸੀ ਬੜਾ ਉਹਨੂੰ ਤੇਜ਼ ਬੁਖਾਰ ਹੈਗਾ। ਐਂਡ ਹਿਜ਼ ਹੈਂਡਸ ਟਵਿਚਡ ਆਲ ਦਾ ਟਾਈਮ ਟਵਿਚ ਹੁੰਦਾ ਕਾਲੀ ਕਾਲੀ ਜਿਹੀ ਹਿੱਲਣਾ ਤੇ ਉਹਦੇ ਹੱਥ ਜਿਹੜੇ ਸੀਗੇ ਹਰ ਵੇਲੇ ਬੜੀ ਕਾਲੀ ਕਾਲੀ ਵਿੱਚ ਹਿਲਦੇ ਪਏ ਸੀਗੇ। ਐਸੀ ਹਾਲਤ ਹੋਮਸ ਦੀ ਜਦੋਂ ਵਾਟਸਨ ਨੇ ਉਹਨੂੰ ਦੇਖਿਆ। ਫਿਰ ਵਾਈ ਡਿਡ ਹੀ ਨੋਟ ਲੈਟ ਵਾਟਸਨ ਐਗਜ਼ਾਮਿਨ ਹਿਮ ਐਗਜ਼ਾਮਿਨ ਹੁੰਦਾ ਭੋਗ ਕਰਨੀ ਪੜਤਾਲ ਕਰਨੀ ਜਿੱਦਾਂ ਬੰਦਾ ਮਰੀਜ਼ ਕੋਲ ਡਾਕਟਰ ਤੇ ਜਾਂਦਾ ਹੈ ਤੇ ਡਾਕਟਰ ਕੀ ਕਰਦਾ ਉਹਨੂੰ ਐਗਜ਼ਾਮਿਨ ਕਰਦਾ ਹੈ ਤੇ ਐਗਜ਼ਾਮਿਨ ਕਰਨ ਲਈ ਕੀ ਕਰਦਾ ਨਬਜ਼ ਦੇਖਦੇ ਨੇ ਡਾਕਟਰ ਬਲੱਡ ਪ੍ਰੈਸ਼ਰ ਚੈੱਕ ਕਰਦੇ ਨੇ ਸਟੈਥੋਸਕੋਪ ਲਗਾ ਕੇ ਛਾਤੀ ਨੂੰ ਪਿੱਛੇ ਪਿੱਠ ਨੂੰ ਦੇਖਦੇ ਸਾਹ ਲਵੋ ਫਿਰ ਅੱਖਾਂ ਨੂੰ ਦੇਖਦੇ ਨੇ ਫਿਰ ਟਾਰਚ ਮਾਰ ਕੇ ਕਹਿੰਦੇ ਅੱਛਾ ਮੂੰਹ ਅੱਡੋ ਤੇ ਜੀਭ ਬਾਹਰ ਕੱਢੋ ਇਹਨੂੰ ਕਹਿੰਦੇ ਨੇ ਐਗਜ਼ਾਮੀਨੇਸ਼ਨ ਠੀਕ ਹੈ। ਉਧਰੋਂ ਡਾਕਟਰਾਂ ਨੂੰ ਪਤਾ ਲੱਗਦਾ ਕਿ ਬਿਮਾਰੀ ਕੀ ਹੈ। ਹੁਣ ਜਦ ਵਾਟਸਨ ਆਇਆ ਤਾਂ ਦੇਖਣਾ ਤੇ ਸੀਗਾ ਕਿ ਉਹਦਾ ਦੋਸਤ ਦਾ ਬੁਰੀ ਹਾਲਤ 'ਚ ਬਿਮਾਰ ਹੈਗਾ
पर वाई डिड ही नॉट लैट वाटसन एग्जामिन हिम, पर वाटसन उन्हें शरलॉक होम्स ने वाटसन नू अपने आप नू एग्जामिन करन क्यों ना दिता। सो जवाब है ही डिड नॉट लैट वाटसन एग्जामिन हिम, उन्हें वाटसन नू एग्जामिन नहीं करन दिता बिकॉज क्योंकि ही वॉज ओनली प्रिटेंडिंग टू बी इल, प्रिटेंड होंदा बहाना करना, ਉਹ ਤੇ ਬਿਮਾਰ ਹੋਣ ਦਾ ਸਿਰਫ ਬਹਾਨਾ ਕਰ ਰਿਹਾ ਸੀ। ਐਂਡ ਨਿਊ ਦੈਟ ਵਾਟਸਨ, ਤੇ ਉਹ ਜਾਣਦਾ ਸੀ ਕਿ ਜਿਹੜਾ ਵਾਟਸਨ ਹੈ ਉਹ ਇੱਕ ਡਾਕਟਰ ਹੈ, ਤੇ ਹੁਣ ਆਮ ਬੰਦੇ ਨਾਲ ਤੇ ਬੰਦਾ ਬਹਾਨਾ ਕਰ ਸਕਦਾ, ਪਰ ਡਾਕਟਰਾਂ ਦੇ ਮੂਹਰੇ ਤੇ ਬਿਮਾਰੀ ਦਾ ਬਹਾਨਾ ਨਹੀਂ ਕੀਤਾ ਜਾ ਸਕਦਾ, ਡਾਕਟਰ ਫਟ ਚੈੱਕ ਕਰ ਲੈਣਗੇ। ਸੋ ਹੀ ਨਿਊ ਦੈਟ ਵਾਟਸਨ ਆ ਡਾਕਟਰ, ਜੋ ਕਿ ਡਾਕਟਰ ਸੀ, ਵੁੱਡ ਫਾਈਂਡ ਦਿਸ, ਉਹ ਉਹਨੂੰ ਪਤਾ, ਉਹ ਇਸ ਗੱਲ ਨੂੰ ਪਤਾ ਲੱਗ ਜਾਏਗਾ ਕਿ ਬਹਾਨਾ ਕਰ ਰਿਹਾ ਇਫ ਹੀ ਡਾਇਗਨੋਜ਼ਡ ਹਿਮ, ਜੇ ਉਹਨੇ ਉਹਦੇ ਅਲਾਮਤਾਂ ਦੀ ਪੜਤਾਲ ਕੀਤੀ, ਉਹਨੇ ਐਗਜ਼ਾਮਿਨ ਕੀਤਾ, ਉਹਨੂੰ ਚੈੱਕ ਕੀਤਾ, ਤੇ ਉਹਨੂੰ ਪਤਾ ਲੱਗ ਜਾਏਗਾ ਕਿ ਸ਼ਰਲਕ ਹੋਮਸ ਸਿਰਫ ਬਹਾਨਾ ਕਰ ਰਿਹਾ ਸੀ, ਤੇ ਉਹਦਾ ਜਿਹੜਾ ਇਹ ਡਰਾਮਾ ਹੈਗਾ, ਜੋ ਇਹ ਜਾਲ ਵਿਛਾ ਰਿਹਾ ਸੀ ਕਾਤਿਲ ਨੂੰ ਫੜਨ ਦਾ, ਉਹ ਫੇਲ ਹੋ ਜਾਏਗਾ। ਇਸ ਕਰਕੇ ਉਹਨੇ ਐਗਜ਼ਾਮਿਨ ਨਹੀਂ ਕਰਨ ਦਿੱਤਾ। ਟਿਲ ਵੈਨ ਵਾਜ਼ ਵਾਟਸਨ ਆਸਕਡ ਟੂ ਸਟੇ ਇਨ ਹੋਮਸ ਹਾਊਸ, ਅਰਥਾਤ ਵਾਟਸਨ ਨੂੰ ਹੋਮਸ ਦੇ ਘਰ ਕਦੋਂ ਤੱਕ ਟਿਕੇ ਰਹਿਣ ਲਈ ਕਿਹਾ ਗਿਆ। ਸੋ ਵਾਟਸਨ ਵਾਜ਼ ਆਸਕਡ ਟੂ ਸਟੇ ਇਨ ਹੋਮਸ ਹਾਊਸ ਟਿਲ 6 o'clock, ਅਰਥਾਤ 6 ਵਜੇ ਤੱਕ ਰਹਿਣ ਲਈ ਉਹਨੂੰ ਕਿਹਾ ਗਿਆ। क्वेश्चन नंबर 6, वाई डिड होम्स नॉट लैट वाटसन टच हिज थिंग्स, अर्थात होम्स ने वाटसन ਨੂੰ ਆਪਣੀ ਚੀਜ਼ਾਂ ਨੂੰ ਹੱਥ ਕਿਉਂ ਨਾ ਲਾਣ ਦਿੱਤਾ ਜਿਲੇ ਉਹਨੇ ਆਈਵਰੀ ਬਾਕਸ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ। ਵਟ ਡਿਡ ਵਾਟਸਨ ਥਿੰਕ ਅਬਾਊਟ ਹੋਮਸ ਦੈਨ, ਉਸ ਵੇਲੇ ਵਾਟਸਨ ਨੇ ਹੋਮਸ ਬਾਰੇ ਕੀ ਸੋਚਿਆ। ਸੋ ਜਵਾਬ ਹੈ ਵਾਟਸਨ ਡਿਡ ਨॉट ਲੈਟ ਹਿਮ ਟਚ ਹਿਜ ਥਿੰਗਸ ਬਿਕੋਜ਼ ਹੀ ਡਿਡ ਨॉट ਵਾਂਟ ਦੀ ਟ੍ਰੈਪ, ਜਾਲ, ਹੀ ਹੈਡ ਲੇਡ, ਜਿਹੜਾ ਉਹਨੇ ਵਿਛਾਇਆ ਸੀ, ਟੂ ਕੈਚ ਦੀ ਮਰਡਰਰ ਟੂ ਬੀ ਸਪੋਇਲਡ, ਅਰਥਾਤ ਉਹਨੇ ਉਹ ਚੀਜ਼ਾਂ ਨੂੰ ਹੱਥ ਇਸ ਕਰਕੇ ਨਹੀਂ ਲਾਣ ਦਿੱਤਾ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਜਿਹੜਾ ਉਹਨੇ ਇੱਕ ਖੂਨੀ ਨੂੰ, ਕਾਤਲ ਨੂੰ ਫੜਨ ਲਈ ਜਾਲ ਵਿਛਾਇਆ ਹੈ, ਉਹ ਕਿਤੇ ਖੇਡ ਵਿਗੜ ਨਾ ਜਾਵੇ, ਕਿਉਂਕਿ ਉਹਨੇ ਚੀਜ਼ਾਂ ਨੂੰ ਸੈੱਟ ਕਰਕੇ ਟਿਕਾ ਕੇ ਆਪਣੇ ਹਿਸਾਬ ਨਾਲ ਰੱਖਿਆ ਸੀਗਾ, ਤੇ ਜੇ ਉਹਨੇ ਹੱਥ ਲਾਤਾ ਤੇ ਉਹ ਸਾਰਾ ਉਹਦੀ ਖੇਡ ਵਿਗੜ ਜਾਣੀ ਸੀਗੀ। ਸੋ ਨॉट ਟੂ ਬੀ ਸਪੋਇਲਡ, ਹਾਂ ਵੀ ਹੀ ਡਿਡ ਨॉट, ਬਿਕੋਜ਼ ਹੀ ਡਿਡ ਨॉट ਵਾਂਟ ਦ ਟ੍ਰੈਪ ਹੀ ਹੈਡ ਲੇਡ ਟੂ ਕੈਚ ਦ ਮਰਡਰ ਟੂ ਬੀ ਸਪੋਇਲਡ। ਵਾਟਸਨ ਥॉट ਹੋਮਸ ਵਾਜ਼ ਇਲ ਇਨ ਹਿਜ਼ ਮਾਈਂਡ, ਤੇ ਵਾਟਸਨ ਨੂੰ ਇੱਦਾਂ ਲੱਗਿਆ ਕਿ ਹੋਮਸ ਜਿਹੜਾ ਹੈ ਨਾ, ਬਿਮਾਰੀ ਨੇ ਉਹਦੇ ਦਿਮਾਗ ਤੇ ਅਸਰ ਪਾਤਾ ਹੈ ਤੇ ਉਹ ਪਾਗਲਾਂ ਵਾਂਗੂ ਇਦਾਂ ਬਿਹੇਵ ਕਰ ਰਿਹਾ, ਇਦਾਂ ਪਹਿਲੇ ਨਹੀਂ ਉਹ ਕਰਦਾ ਸੀਗਾ। ਸੋ ਹੀ ਵਾਜ਼ ਇਲ ਇਨ ਹਿਜ਼ ਮਾਈਂਡ, ਅਰਥਾਤ ਉਹ ਦਿਮਾਗੀ ਤੌਰ ਤੇ ਵੀ ਬਿਮਾਰ ਸੀ। ਕੁਐਸਚਨ ਨੰਬਰ 7, ਵਟ ਡਿਡ ਹੋਮਸ ਆਸਕ ਵਾਟਸਨ ਟੂ ਡੂ ਲੀਵਿੰਗ ਹਿਜ਼ ਰੂਮ, ਉਹ ਕਹਿੰਦੇ ਹੋਮਸ ਨੇ ਵਾਟਸਨ ਨੂੰ ਉਹ ਕਮਰਾ ਜਿ ਲੇਗਾ ਨਾ, ਤੂੰ ਉਸ ਕਮਰੇ ਵਿੱਚ ਚਲਾ ਜਾ ਤੇ ਬੋਲੀ ਨਾ, ਤੇ ਉੱਥੇ ਜਾ ਕੇ ਬਹਿ ਜਾ, ਤੇ ਉਹ ਉੱਥੇ ਜਾਣ ਤੇ ਪਹਿਲੇ ਉਹਨੇ ਉਹਨੂੰ ਕੀ ਕਰਨ ਲਈ ਕਿਹਾ, ਉਹਨੂੰ ਕੀ ਕਿਹਾ। ਸੋ ਹੋਮਸ ਆਸਕ ਵਾਟਸਨ ਟੂ ਹਾਫ ਲਾਈਟ ਦੀ ਗੈਸ ਲੈਂਪ, ਉਹਨੇ ਕਿਹਾ ਜਿਹੜਾ ਗੈਸ ਦਾ ਲੈਂਪ ਹੈਗਾ, ਲਾਂਟਰਨ ਹੈਗੀ ਹੈ, ਇਹਨੂੰ ਅੱਧੀ ਬੱਤੀ ਕਰਕੇ ਬਾਲ ਦੇ। ਪਲੇਸ ਸਮ ਲੈਟਰਸ ਐਂਡ ਪੇਪਰਸ ਔਨ ਦ ਟੇਬਲ, ਟੇਬਲ ਦੇ ਉੱਤੇ ਕੁਝ ਚਿੱਠੀਆਂ ਤੇ ਕਾਗਜ਼ ਰੱਖ ਦੇ। ਵਿਦਿਨ ਹਿਜ਼ ਰੀਚ, ਤਾਂ ਕਿ ਉਹਦਾ ਲੰਮੇ ਪਏ ਉੱਥੇ ਹੱਥ ਪਹੁੰਚ ਜਾਵੇ, ਵਿਦਿਨ ਹਿਜ਼ ਰੀਚ, ਉਹਦੀ ਪਹੁੰਚ ਵਿੱਚ ਹੋਣ। ਐਂਡ ਦੈਨ ਪਲੇਸ ਦੀ ਆਈਵਰੀ ਬਾਕਸ, ਤੇ ਜਿਹੜਾ ਆਈਵਰੀ ਬਾਕਸ ਹੈਗਾ, ਡੱਬਾ ਹੈਗਾ, ਉਹਨੂੰ ਟੇਬਲ ਤੇ ਰੱਖ ਦੇਵੇ। ਐਂਡ ਸਲਾਈਡ ਇਟਸ ਲਿਡ ਅ ਬਿਟ ਵਿਦ ਟੋਂਗਸ, ਤੇ ਚਿਮਟੀ ਦੇ ਨਾਲ, ਟੋਂਗਸ ਉਹਦੀ ਚਿਮਟੀ ਦੇ ਨਾਲ ਉਹਦੇ ਢੱਕਣ ਨੂੰ ਥੋੜਾ ਜਿਹਾ ਉਹਨੂੰ ਸਲਾਈਡ ਕਰ ਦੇਵੇ, ਖਿਸਕਾ ਦੇਵੇ ਉਹਦੇ ਢੱਕਣ ਨੂੰ, ਆਈਵਰੀ ਬਾਕਸ ਦੇ ਢੱਕਣ ਨੂੰ। ਠੀਕ ਹੈ, ਇਹ ਗੱਲਾਂ, ਇਹ ਹਿਦਾਇਤਾਂ ਉਹਨੇ ਉਹਨੂੰ ਦਿੱਤੀਆਂ। ਕੁਐਸਚਨ ਨੰਬਰ 8, ਹੂ ਵਾਜ਼ ਕਲਵਰਟਨ ਸਮਿਥ, ਵਾਈ ਡਿਡ ਹੋਮਸ ਵਾਂਟ ਹਿਮ ਫॉर ਦੀ ਟ੍ਰੀਟਮੈਂਟ ਆਫ ਹਿਜ਼ ਡਿਜ਼ੀਜ਼, ਕਲਵਰਟਨ ਸਮਿਥ ਕੌਣ ਸੀ, ਤੇ ਹੋਮਸ ਆਪਣੀ ਬਿਮਾਰੀ ਦੇ ਇਲਾਜ ਲਈ ਉਹਨੂੰ ਕਿਉਂ ਚਾਹੁੰਦਾ ਸੀ, ਕਿਉਂ ਚਾਹੁੰਦਾ ਸੀ ਵੀ ਉਹ ਆਵੇ। ਸੋ ਕਲਵਰਟਨ ਸਮਿਥ ਵਾਜ਼ ਅ ਪਲਾਂਟਰ, ਉਹ ਇੱਕ ਪਲਾਂਟਰ ਸੀਗਾ, ਮਤਲਬ ਕਿ ਉਹ ਬਾਗਾਂ ਦਾ ਇੱਕ ਬੜੀ ਬਾਗਬਾਨੀ ਕਰਦਾ ਸੀ, ਬੜੇ ਉਹਦੇ ਬਾਗ ਸੀਗੇ, ਉਹ ਪਲਾਂਟਰ ਸੀਗਾ। ਹੂ ਲਿਵਡ ਇਨ ਸੁਮਾਤਰਾ, ਜੋ ਸੁਮਾਤਰਾ ਵਿੱਚ ਰਹਿੰਦਾ ਸੀਗਾ, ਇੰਡੋਨੇਸ਼ੀਆ 'ਚ ਇੱਕ ਜਗ੍ਹਾ ਹੈਗੀ ਹੈ। ਹੋਮਸ ਵਾਂਟਡ ਹਿਮ ਫॉर ਦੀ ਟ੍ਰੀਟਮੈਂਟ ਆਫ ਹਿਜ਼ ਇਲਨੈਸ, ਬਿਕੋਜ਼ ਹੋਮਸ ਚਾਹੁੰਦਾ ਸੀ ਉਹਦੀ ਬਿਮਾਰੀ ਦੇ ਇਲਾਜ ਲਈ, ਬਿਕੋਜ਼ ਹੀ ਨਿਊ ਅਬਾਊਟ ਈਸਟਰਨ ਡਿਜ਼ੀਜ਼ਿਜ਼, ਪੂਰਬ ਵਾਲੇ ਪਾਸੇ ਦੇਸ਼ਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹਦੇ ਬਾਰੇ ਨੂੰ ਜਾਣਕਾਰੀ ਸੀ, ਕਿਉਂਕਿ ਇਸੇ ਕਿਸਮ ਦੀ, ਕਿਉਂਕਿ ਚਾਈਨਾ ਈਸਟ ਵਿੱਚ ਆ ਜਾਂਦਾ, ਇੰਡੋਨੇਸ਼ੀਆ, ਚਾਈਨਾ, ਇਹ ਸਾਰੇ ਈਸਟਰਨ ਕੰਟਰੀ ਗਿਣੇ ਜਾਂਦੇ ਨੇ, ਤੇ ਉਹਨੂੰ ਬਿਮਾਰੀ ਹੋਈ ਸੀ ਚਾਈਨੀਜ਼ ਸੇਲਰਸ ਤੋਂ। ਸੋ ਚਾਈਨੀਜ਼ ਸੇਲਰ ਤੋਂ ਮਤਲਬ ਕਿ ਉਹਨੂੰ ਇਹ ਈਸਟਰਨ ਕਿਸਮ ਦੀ ਡਿਜ਼ੀਜ਼ ਸੀਗੀ, ਤੇ ਉਹ ਬਿਮਾਰੀਆਂ ਦੇ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ, ਜਾਣੂ ਸੀ। ਕੁਐਸਚਨ ਨੰਬਰ 9, ਵਟ ਡਿਡ ਹੋਮਸ ਆਸਕ ਵਾਟਸਨ ਟੂ ਸੇ ਟੂ ਮਿਸਟਰ ਸਮਿਥ, ਅਰਥਾਤ ਹੋਮਸ ਨੇ ਵਾਟਸਨ ਨੂੰ ਮਿਸਟਰ ਸਮਿਥ ਨੂੰ ਕੀ ਕਹਿਣ ਲਈ ਕਿਹਾ ਵੀ ਤੂੰ ਜਾ ਕੇ ਉਹਨੂੰ ਕੀ ਕਵੀਂ। ਹੋਮਸ ਆਸਕ ਵਾਟਸਨ ਟੂ ਟੈਲ ਮਿਸਟਰ ਸਮਿਥ, ਉਹਨੇ ਕਿਹਾ ਵਾਟਸਨ ਨੂੰ ਕਿ ਜਾ ਕੇ ਸਮਿਥ ਨੂੰ ਕਵੇ ਦੈਟ ਹੀ ਵਾਜ਼ ਕ੍ਰਿਟੀਕਲੀ ਇਲ ਐਂਡ ਡਾਈਂਗ, ਕਿ ਜਿਹੜਾ ਹੋਮਸ ਹੈਗਾ, ਸ਼ਰਲਕ ਹੋਮਸ ਹੈ, ਉਹ ਬੜੀ ਗੰਭੀਰ ਰੂਪ 'ਚ ਬਿਮਾਰ ਹੈ,
ਬੜੇ ਖਤਰਨਾਕ ਤਰੀਕੇ ਨਾਲ ਬਿਮਾਰ ਹੈ ਅਤੇ ਮਰਨ ਕਿਨਾਰੇ ਹੈ। ਐਂਡ ਪਰਸੂਏਡ ਹਿਮ, ਅਤੇ ਉਹਨੂੰ ਮਨਾਵੇ, ਟੂ ਕਮ ਟੂ ਹੋਮਸ ਪਲੇਸ ਟੂ ਕਿਉਰ ਹਿਮ, ਤੇ ਉਹਨੂੰ ਇਸ ਗੱਲ ਲਈ ਤਿਆਰ ਕਰੇ, ਉਹਨੂੰ ਮਨਾ ਲਵੇ ਕਿ ਉਹ ਹੋਮਸ ਦੇ ਘਰ ਆਵੇ ਤੇ ਆ ਕੇ ਉਹਦਾ ਇਲਾਜ ਕਰੇ। ਕੁਐਸਚਨ ਨੰਬਰ 10, ਡਿਡ ਸਮਿਥ ਵੈਲਕਮ ਵਾਟਸਨ ਕਾਲਿੰਗ ਔਨ ਹਿਮ। ਕਾਲ ਹੁੰਦਾ ਕਿਸੇ ਦੇ ਘਰ ਜਾਣਾ, ਉਹਨੂੰ ਮਿਲਣਾ। ਜਦੋਂ ਵਾਟਸਨ ਉਹਦੇ ਘਰ ਗਿਆ ਸਮਿਥ ਦੇ, ਤੇ ਕੀ ਸਮਿਥ ਨੇ ਉਹਨੂੰ ਜੀ ਆਇਆ ਕਿਹਾ? ਤੇ ਜੋ ਅਗਲਾ ਫਿਰ ਨਾਲ ਕਹਿੰਦੇ ਹਾਊ ਡੂ ਯੂ ਨੋ, ਵੀ ਜੋ ਤੁਸੀਂ ਜਵਾਬ ਦੇਵੋਗੇ ਤੁਸੀਂ ਕਿੱਦਾਂ ਕਹਿ ਸਕਦੇ ਹੋ। ਸੋ ਜਵਾਬ ਹੈ ਸਮਿਥ ਡਿਡ ਨਾਟ ਵੈਲਕਮ ਵਾਟਸਨ ਕਾਲਿੰਗ ਔਨ ਹਿਮ, ਅਰਥਾਤ ਸਮਿਥ ਨੇ ਉਹਦੇ ਘਰ ਆਏ ਵਾਟਸਨ ਨੂੰ ਜੀ ਆਇਆ ਨਹੀਂ ਕਿਹਾ, ਅਰਥਾਤ ਉਹ ਖੁਸ਼ ਨਹੀਂ ਹੋਇਆ। ਕਹਿੰਦੇ ਇਟ ਅਪੀਅਰ ਸੋ, ਇਹ ਇਮੇਜ ਇਸ ਕਰਕੇ ਇੱਦਾਂ ਲੱਗਦਾ ਹੈ ਕਿਉਂਕਿ ਉਹਨੇ ਪੁੱਛਿਆ ਨਾ ਹਾਊ ਡੂ ਯੂ ਨੋ, ਸੋ ਇਟ ਅਪੀਅਰ ਸੋ ਬਿਕੋਜ਼ ਹੀ ਟੋਲਡ ਹਿਸ ਬਟਲਰ ਟੂ ਟੈਲ ਵਾਟਸਨ ਦੈਟ ਹੀ ਵਾਜ਼ ਨਾਟ ਐਟ ਹੋਮ। ਉਹਨੇ ਝੂਠ ਬੋਲਿਆ, ਉਹਨੇ ਆਪਣੇ ਬਟਲਰ ਨੂੰ, ਬਟਲਰ ਹੁੰਦੇ ਵਿੱਚ ਉਹਦੇ ਘਰ 'ਚ ਨਾ ਇੱਕ ਨੌਕਰ ਰੱਖਿਆ ਹੁੰਦਾ, ਉਹ ਜਿਹੜਾ ਅਪ ਟੂ ਡੇਟ ਹੁੰਦਾ ਤੇ ਕਾਫੀ ਉਹ ਘਰ ਦਾ ਸਾਰਾ ਮੈਨੇਜਮੈਂਟ ਕਰਦਾ, ਕਿਉਂਕਿ ਉਹ ਬਜ਼ੁਰਗ ਸੀ ਬੰਦਾ ਸਮਿਥ ਜਿਹੜਾ ਸੀਗਾ। ਸੋ ਕਹਿੰਦੇ ਉਹਨੇ ਆਪਣੇ ਬਟਲਰ ਨੂੰ ਕਿਹਾ ਕਿ ਵਾਟਸਨ ਨੂੰ ਕਵੇ ਕਿ ਉਹ ਘਰ ਨਹੀਂ ਸੀ, ਪਰ ਉਹਨੇ ਦਰਵਾਜ਼ੇ 'ਚ ਖੜੇ ਮਿਸਟਰ ਸਮਿਥ ਨੂੰ ਇਹ ਗੱਲ ਬੋਲਦੇ ਸੁਣ ਲਈ ਸੀ। ਤਾਂ ਬੰਦਾ ਤਾਂ ਹੀ ਕਹਿੰਦਾ ਵੀ ਮੈਂ ਘਰ ਨਹੀਂ ਹੈਗਾ, ਵੀ ਉੱਥੋਂ ਉਹਨੂੰ ਦਰਵਾਜ਼ੇ ਤੋਂ ਹੀ ਮੋੜ ਦੇ। ਤਾਂ ਹੀ ਉਹ ਫਿਰ ਉਹ ਬਟਲਰ ਦੇ ਮੋਹਰੇ ਉਹਦੀ ਦਰਵਾਜ਼ਾ ਖੋਲ ਕੇ ਆਪਣੇ ਆਪ ਵਾਟਸਨ ਜਿਹੜਾ ਹੈ ਅੰਦਰ ਲੰਘ ਗਿਆ ਸੀਗਾ। ਸੋ ਇਸ ਗੱਲ ਤੋਂ ਪਤਾ ਲੱਗਦਾ ਕਿ ਮਿਸਟਰ ਸਮਿਥ ਨੇ ਉਹਦੇ ਆਉਣ ਤੋਂ ਕੋਈ ਉਹਨੂੰ ਐਕਸਾਈਟਮੈਂਟ ਨਹੀਂ ਸੀ, ਖੁਸ਼ੀ ਨਹੀਂ ਸੀ, ਉਹਨੇ ਜੀ ਆਇਆਂ ਨਹੀਂ ਕਿਹਾ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡੇ ਪਹਿਲੇ 10 ਸਵਾਲਾਂ ਦੇ ਜਵਾਬ। ਤੁਸੀਂ ਇਸੇ ਤਰ੍ਹਾਂ ਨੇਮ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਥੈਂਕ ਯੂ ਵੈਰੀ ਮਚ।